Hello everyone. Today we will learn about the osmotic pressure. So ਅਸੀਂ ਕੀ ਲਿਆ ਅਸੀਂ ਦੋ ਬੀਕਰ ਲਏ ਨੇ। ਜਿਹੜਾ ਆਪਣੇ ਕੋਲ ਰਾਈਟ ਹੈਂਡ ਸਾਈਡ ਵਾਲਾ ਬੀਕਰ ਉਹਦੇ ਵਿੱਚ ਅਸੀਂ ਸੋਲਵੈਂਟ ਲਿਆ ਤੇ ਜਿਹੜਾ ਸਾਡੇ ਕੋਲ ਲੈਫਟ ਹੈਂਡ ਸਾਈਡ ਵਾਲਾ ਬੀਕਰ ਹੈ ਉੱਥੇ ਅਸੀਂ ਸੋਲੂਸ਼ਨ ਲਿਆ। ਜਿਹੜਾ ਸਾਡੇ ਕੋਲ ਸੋਲਵੈਂਟ ਹੈਗਾ ਉਹਦੇ ਉੱਪਰ ਅਸੀਂ ਕੀ ਕੀਤਾ, ਅਸੀਂ ਛੋਟੀ ਜਿਹੀ ਨੈਰੋ ਟਿਊਬ ਲਗਾਤੀ ਹੈ ਤੇ ਜਿਹੜਾ ਸਾਡੇ ਕੋਲ ਸੋਲੂਸ਼ਨ ਹੈਗਾ ਸੋਲੂਸ਼ਨ ਦੇ ਵਿੱਚ ਉੱਪਰ ਅਸੀਂ ਕੀ ਲਗਾਤਾ, ਇੱਕ ਪਿਸਟਨ ਲਗਾਤਾ। ਹੁਣ ਕੀ ਹੋਏਗਾ, ਹੁਣ ਅਸੀਂ ਕੀ ਕੀਤਾ, ਓਸਮੋਸਿਸ ਦੇ ਵਿੱਚ ਜਿਹੜਾ ਪਿਓਰ ਸੋਲਵੈਂਟ ਹੈਗਾ ਉਹ ਸੋਲਿਊਸ਼ਨ ਵਾਲੀ ਸਾਈਡ ਜਾਏਗਾ। ਅਸੀਂ ਆਹੀ ਕੀਤਾ ਸੀਗਾ। ਹੁਣ ਜਦ ਸੋਲਵੈਂਟ ਆਦ ਵਿੱਚ ਜਿਹੜੀ ਅਸੀਂ ਸੈਮੀ ਪਰਮੀਏਬਲ ਮੈਂਬਰੇਨ ਹੈਗੀ ਹੈ ਇਹਨੂੰ ਕ੍ਰੋਸ ਕਰਕੇ ਸੋਲਿਊਸ਼ਨ ਵਾਲੀ ਸਾਈਡ ਜਾਏਗਾ, ਸੋਲਿਊਸ਼ਨ ਦਾ ਲੈਵਲ ਰਾਈਜ਼ ਹੋ ਜਾਏਗਾ, ਅੰਦਰੋਂ ਇੱਕ ਇੰਟਰਨਲ ਪ੍ਰੈਸ਼ਰ ਲੱਗੇਗਾ ਤੇ ਪਿਸਟਨ ਉੱਪਰ ਨੂੰ ਮੂਵ ਕਰ ਜਾਏਗਾ। ਹੁਣ ਜਦ ਅਸੀਂ ਉੱਪਰ ਪਿਸਟਨ ਨੂੰ ਪ੍ਰੈਸ ਕਰਾਂਗੇ ਜਾਂ ਤਾਂ ਜਿਹੜਾ ਓਸਮੋਸਿਸ ਦਾ ਪ੍ਰੈਸ ਹੈਗਾ ਸਟਾਪ ਹੋ ਜਾਏਗਾ ਜਾਂ ਤਾਂ ਰਿਵਰਸ ਹੋ ਜਾਏਗਾ। ਜਿਹੜਾ ਆਪਣਾ ਪ੍ਰੋਸੈਸ ਹੈਗਾ ਜਦੋਂ ਅਸੀਂ ਐਕਸਟਰਨਲ ਪ੍ਰੈਸ਼ਰ ਲਗਾਉਂਦੇ ਹਾਂ ਪਿਸਟਨ 'ਤੇ ਜਾਂ ਤਾਂ ਪ੍ਰੋਸੈਸ ਨੂੰ ਸਟਾਪ ਕਰਨ ਲਈ ਜਾਂ ਰਿਵਰਸ ਕਰਨ ਲਈ, ਅਤੇ ਉਹਨੂੰ ਅਸੀਂ ਕੀ ਕਹਿੰਦੇ ਹਾਂ, ਦੈਟ ਪ੍ਰੈਸ਼ਰ ਇਜ਼ ਨੋਨ ਐਜ਼ ਦ ਓਸਮੋਟਿਕ ਪ੍ਰੈਸ਼ਰ। ਅਸੀਂ ਇਹ ਆਪਣੀ ਥਿਓਰੀ ਦੇ ਵਿੱਚ ਲਿਖਿਆ ਹੈ ਕਿ ਅਸੀਂ ਵਨ ਆਫ ਥੀਸ ਇਜ਼ ਫਿਟਡ ਵਿਦ ਦ ਨੈਰੋ ਟਿਊਬ through which solvent can be filled. The other compartment is filled with the solution and a frictionless piston is fitted in it. The molecule of the solvent will try to pass into the solution through the semi-permeable membrane and the piston will tend to move upward क्योंकि solvent molecule solution ਦੇ ਵਿੱਚ ਆ ਰਹੇ ਨੇ, solution ਦੀ quantity increase ਹੋ ਰਹੀ ਹੈ, ਇੱਕ internal ਅੰਦਰੋਂ ਇੱਕ pressure ਲੱਗੇਗਾ ਤੇ piston ਉੱਪਰਲੀ ਤਰਫ move ਕਰ ਜਾਏਗਾ। ਹੁਣ ਅਸੀਂ ਜਦ if some external pressure is applied to the solution, the entry of the solvent into the solution can be prevented or even stopped. The pressure which is applied on the surface of the solution is also osmotic pressure. Now, what is the definition of the osmotic pressure? Osmotic pressure may be defined as the external pressure that has to be applied on the solution to prevent the osmosis of the solvent into it through a semi-permeable membrane. It is denoted by pi in order to distinguish it from the atmospheric pressure. ਉਹੀ ਅਸੀਂ ਕਿਹਾ ਕਿ ਜਿਹੜਾ ਐਟਮੋਸਫੇਰਿਕ ਪ੍ਰੈਸ਼ਰ ਕਿਹੜਾ ਹੁੰਦਾ, ਜਿਹੜਾ ਅਸੀਂ ਐਕਸਟਰਨਲ ਪ੍ਰੈਸ਼ਰ ਲਗਾਉਂਦੇ ਹਾਂ ਜਿਹਦੇ ਨਾਲ ਜਿਹੜਾ ਸੋਲਿਊਸ਼ਨ ਹੈਗਾ ਉਹਦੇ ਵਿੱਚ ਓਸਮੋਸਿਸ ਜਾਂ ਤਾਂ ਬੰਦ ਹੋ ਜਾਂਦੀ ਆ ਜਾਂ ਤਾਂ ਰਿਵਰਸ ਹੋ ਜਾਂਦੀ ਹੈ। ਇਹਨੂੰ ਅਸੀਂ ਪਾਈ ਨਾਲ ਡਿਨੋਟ ਕਰਦੇ ਹਾਂ ਕਿਉਂਕਿ ਅਗਰ ਮੈਂ ਪੀ ਨਾਲ ਪ੍ਰੈਸ਼ਰ ਨੂੰ ਡਿਨੋਟ ਕਰਾਂਗੀ ਇਹ ਐਟਮੋਸਫੇਰਿਕ ਪ੍ਰੈਸ਼ਰ ਨਾਲ ਕਨਫਿਊਜ਼ਨ ਹੋ ਜਾਏਗਾ, ਤੇ ਅਸੀਂ ਪਾਈ ਨਾਲ ਡਿਨੋਟ ਕਰਦੇ ਹਾਂ। ਸੋ ਹੁਣ ਅਸੀਂ ਕੀ ਲਿਆ, ਸਭ ਤੋਂ ਪਹਿਲਾਂ ਅਸੀਂ ਅਜ਼ੰਪਸ਼ਨ ਲਈ ਡੈਰੀਵੇਸ਼ਨ ਕਰਨੀ ਹੈ। ਅਸੀਂ ਕਿਹਾ ਅਕੋਰਡਿੰਗ ਟੂ ਦਾ ਬੋਇਲਸ-ਬੈਂਟਹੋਫ ਲਾਅ, ਇਸ ਲਾਅ ਦੇ ਅਕੋਰਡਿੰਗ ਜਿਹੜੀ ਸਾਡਾ ਓਸਮੋਟਿਕ ਪ੍ਰੈਸ਼ਰ ਸੀਗਾ ਉਹ ਡਾਇਰੈਕਟਲੀ ਪ੍ਰਪੋਰਸ਼ਨਲ ਕਿਹਦੇ ਸੀਗਾ, ਕੰਸਨਟ੍ਰੇਸ਼ਨ ਦੇ। ਹੁਣ C concentration is equal to number of moles of solute divided by the volume of solution. Second, Gay-Lussac Van't Hoff factor। ਇਹਦੇ ਵਿੱਚ ਜਿਹੜਾ ਕਹਿੰਦਾ ਕਿ ਅਗਰ ਸਾਡੇ ਕੋਲ ਕੰਸਨਟ੍ਰੇਸ਼ਨਸ ਸੇਮ ਰਹਿਣਗੀਆਂ ਅਤੇ ਓਸਮੋਟਿਕ ਪ੍ਰੈਸ਼ਰ ਕੀ ਹੋਏਗਾ, ਟੈਂਪਰੇਚਰ ਦੇ ਡਾਇਰੈਕਟਲੀ ਪ੍ਰਪੋਰਸ਼ਨਲ ਹੋ ਜਾਏਗਾ। ਅਤੇ ਅਗਰ ਅਸੀਂ 1 and 2 ਇਕੁਏਸ਼ਨ ਕੰਬਾਈਨ ਕਰੀਏ ਤਾਂ ਲਾਅ ਕਿਵੇਂ ਦਾ ਬਣ ਜਾਏਗਾ, ਪਾਈ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਕੰਸਨਟ੍ਰੇਸ਼ਨ ਐਂਡ ਟੈਂਪਰੇਚਰ। ਅਸੀਂ ਡਾਇਰੈਕਟਲੀ ਪ੍ਰਪੋਰਸ਼ਨਲ ਦਾ ਸਾਈਨ ਹਟਾ ਕੇ ਅਸੀਂ ਯੂਜ਼ ਕੀਤਾ R ਇਜ਼ ਦ ਸੋਲਿਊਸ਼ਨ ਕੌਂਸਟੈਂਟ ਐਂਡ ਇਟਸ ਵੈਲਿਊ ਇਜ਼, ਇਹਦੀ ਜਿਹੜੀ ਵੈਲਿਊ ਹੈ ਗੈਸ ਕੌਂਸਟੈਂਟ ਦੇ ਬਰਾਬਰ ਹੀ ਹੁੰਦੀ ਆ। ਗੈਸ ਕੌਂਸਟੈਂਟ ਦੀ 2 ਵੈਲਿਊਜ਼, ਅਗਰ ਤੁਸੀਂ ਵੋਲੀਅਮ ਯੂਜ਼ ਕਰ ਰਹੇ ਹੋ ਅਤੇ ਤੁਹਾਡੇ ਕੋਲ ਹੋਏਗੀ 0.0821 ਲੀਟਰ ਐਟਮੋਸਫੇਅਰ ਪਰ ਕੈਲਵਿਨ। ਤੁਹਾਡੇ ਕੋਲ ਆਹੀ ਬੇਸਿਕਲੀ ਯੂਜ਼ ਹੋਏਗੀ। ਸੈਕਿੰਡ ਵੈਲਿਊ ਹੁੰਦੀ 8.321, ਉਹ ਅਸੀਂ ਯੂਜ਼ ਕਰਦੇ ਅਗਰ ਸਾਨੂੰ ਕੋਈ ਚੀਜ਼ ਜਾਊਲ ਦੇ ਵਿੱਚ ਦਿੱਤੀ ਹੋਈ ਆ, ਲੇਕਿਨ ਅਸੀਂ ਇਹਦੇ ਵਿੱਚ ਕੀ ਲਵਾਂਗੇ, 0.0821 ਲੀਟਰ ਐਟਮੋਸਫੇਅਰ ਪਰ ਕੈਲਵਿਨ ਪਰ ਮੋਲ। Now put the value C is equal to N by V in equation number 3 ਤੇ ਆਪਣੇ ਕੋਲ ਕੀ ਹੋਏਗਾ, pi is equal to nRT by V, pi V is equal to nRT। ਹੁਣ ਪਾਈ ਕੀ ਹੈਗਾ ਤਾਂ ਪ੍ਰੈਸ਼ਰ ਹੀ ਆ। ਸੋ ਇਹ ਆਈਡੀਅਲ ਗੈਸ ਇਕੁਏਸ਼ਨ ਬਣ ਗਈ PV is equal to nRT। ਸੋ ਆਹ ਜਿਹੜੀ ਇਕੁਏਸ਼ਨ ਇਹਨੂੰ ਅਸੀਂ ਕੀ ਕਹਿੰਦੇ ਆ, ਵਾਂਟ ਹੋਫ ਇਕੁਏਸ਼ਨ ਫॉर द dilute solution। Now why osmotic pressure is a colligative property? C ਜਿਹੜਾ ਆਪਣੇ ਕੋਲ n ਹੈਗਾ, n ਕੀ ਹੈਗਾ, ਨੰਬਰ ਆਫ ਮੋਲਸ। ਕੋਲੀਗੇਟਿਵ ਪ੍ਰੋਪਰਟੀਜ਼ ਕਿਹੜੀਆਂ ਹੁੰਦੀਆਂ, ਜਿਹੜੇ ਸਾਡੇ ਕੋਲ ਨੰਬਰ ਆਫ ਮੋਲਸ ਆਫ ਸੋਲਿਊਟ ਜਾਂ ਨੰਬਰ ਆਫ ਪਾਰਟੀਕਲਸ ਜਾਂ ਮੋਲਰ ਕੰਸਨਟ੍ਰੇਸ਼ਨ 'ਤੇ ਡਿਪੈਂਡ ਕਰਨ, ਮਤਲਬ ਨੰਬਰ 'ਤੇ ਡਿਪੈਂਡ ਕਰਨ। ਸੋ ਇਟ ਇਜ਼ ਅ ਕੋਲੀਗੇਟਿਵ ਪ੍ਰੋਪਰਟੀ। ਨਾਓ ਡਿਟਰਮੀਨੇਸ਼ਨ ਆਫ ਦ ਅਬਜ਼ਰਵ ਮੋਲੀਕੂਲਰ ਮਾਸ ਆਫ ਦ ਸੋਲਿਊਟ। ਸਾਡੇ ਕੋਲ ਪਾਈ ਵੀ ਇਕੁਅਲ ਟੂ nRT ਹੈ। n ਕੀ ਹੈਗਾ ਆਪਣੇ ਕੋਲ, ਨੰਬਰ ਆਫ ਮੋਲਸ। ਨੰਬਰ ਆਫ ਮੋਲਸ ਆਪਾਂ ਕਿਵੇਂ ਕਰਦੇ ਹਾਂ, ਨੰਬਰ ਆਫ ਮੋਲਸ ਆਫ ਸੋਲਿਊਟ ਕਿਵੇਂ ਕੈਲਕੂਲੇਟ ਕਰੋਗੇ,
given mass of the solute divided by the molar mass of solute. Put the value W by B by MB in equation pi v is equal to nRT. तो क्या आ जाएगा, pi v is equal to WB RT divided by MB. WB मास है सल्यूट का, MB मोलर मास है. सो MB is equal to WB into R into T divided by pi into V. ਅਸੀਂ ਮੋਲਰ ਮਾਸ ਦੀ ਵੈਲਿਊ ਕੈਲਕੂਲੇਟ ਕਰ ਲਈ. ਹੁਣ ਅਸੀਂ ਚਾਰ ਪੜ੍ਹ ਲਈਆਂ ਕੋਲੀਗੇਟਿਵ ਪ੍ਰੋਪਰਟੀਜ਼. ਸਾਨੂੰ ਔਸਮੋਟਿਕ ਪ੍ਰੈਸ਼ਰ ਦੀ ਕੀ ਲੋੜ ਪੈ ਗਈ. ਹੁਣ ਔਸਮੋਟਿਕ ਪ੍ਰੈਸ਼ਰ ਕੈਨ ਬੀ ਡਿਟਰਮਾਈਨਡ ਐਟ ਰੂਮ ਟੈਂਪਰੇਚਰ. ਔਸਮੋਟਿਕ ਪ੍ਰੈਸ਼ਰ ਨੂੰ ਅਸੀਂ ਕਿੱਦਾਂ ਡਿਟਰਮਾਈਨ ਕਰ ਸਕਦੇ ਹਾਂ, ਰੂਮ ਟੈਂਪਰੇਚਰ 'ਤੇ ਕਰ ਸਕਦੇ ਹਾਂ. ਜਦ ਕਿ ਬਾਕੀ ਜਿਹੜਾ ਕੋਲੀਗੇਟਿਵ ਪ੍ਰੋਪਰਟੀ ਆ ਉਹਨਾਂ ਲਈ ਸਾਨੂੰ ਕੋਈ ਵੱਖਰਾ ਟੈਂਪਰੇਚਰ ਚਾਹੀਦਾ, ਰੂਮ ਟੈਂਪਰੇਚਰ 'ਤੇ ਨਹੀਂ ਕਰ ਸਕਦੇ. ਬੇਸਿਕਲੀ ਔਸਮੋਟਿਕ ਪ੍ਰੈਸ਼ਰ ਜਿਹੜਾ ਹੈਗਾ ਅਸੀਂ ਪੋਲੀਮਰਸ ਅਤੇ ਬਾਇਓਮੋਲੀਕਿਊਲਸ ਦਾ ਮੋਲੀਕੂਲਰ ਮਾਸ ਫਾਈਂਡ ਆਊਟ ਕਰਨ ਲਈ ਕਰਦੇ ਹਾਂ. ਕਿਉਂਕਿ ਜਿਹੜਾ ਡਿਪਰੈਸ਼ਨ ਇਨ ਫਰੀਜ਼ਿੰਗ ਪੁਆਇੰਟ ਅਤੇ ਜਿਹੜਾ ਐਲੀਵੇਸ਼ਨ ਇਨ ਬੋਇਲਿੰਗ ਪੁਆਇੰਟ ਹੈਗਾ ਇਹ ਬਹੁਤ ਛੋਟੀ ਕੁਆਂਟੀਟੀਜ਼ ਹੈਗੀਆਂ ਨੇ ਮੇਜਰ ਕਰਨ ਲਈ ਇਹਨਾਂ ਦਾ ਮੋਲੀਕੂਲਰ ਮਾਸ. ਸੈਕੰਡਲੀ ਜਦ ਟੈਂਪਰੇਚਰ ਚੇਂਜ ਹੁੰਦਾ ਹੈ ਅਤੇ ਪੋਲੀਮਰਸ ਬਹੁਤ ਵੱਡਾ ਯੂਨਿਟ ਹੁੰਦਾ ਹੈ ਨਾ, ਅਤੇ ਉਹ ਕੀ ਹੁੰਦੇ ਨੇ ਉਹ ਅਨਸਟੇਬਲ ਬਣ ਜਾਂਦੇ ਨੇ. ਸੋ ਔਸਮੋਟਿਕ ਪ੍ਰੈਸ਼ਰ ਇੱਕ ਸਭ ਤੋਂ ਵਧੀਆ ਟੈਕਨੀਕ ਹੈਗੀ ਹੈ ਕਿਉਂਕਿ ਅਸੀਂ ਜਿਹੜਾ ਮੋਲੀਕੂਲਰ ਮਾਸ ਹੈਗਾ ਰੂਮ ਟੈਂਪਰੇਚਰ 'ਤੇ ਹੀ ਮੇਜਰ ਕਰ ਸਕਦੇ ਹਾਂ. ਫਿਰ it is particularly useful for the biomolecules and the polymer with high molecular mass. लेकिन condition क्या है osmotic pressure दी कि जेडे solutions है ने polymers से that should be dilute in nature. So now types of the osmotic solutions. So these can be of three types. First is the isotonic or isoosmotic solutions. Iso means सेम. सो वो वाले सल्यूशनस जिन्हों का वो वाले दो डिल्यूट सल्यूशन जिन्हों की मोलर कंसनट्रेशन सेम हैगी है एट अ गिवन टैंपरेचर, उन्हों का ऑस्मोटिक प्रैशर भी सेम होएगा. उन्होंने असीं कहने आइसोटोनिक और आइसोऑस्मोटिक सल्यूशन. नैक्सट इज द हाइपरटोनिक सल्यूशन. हाइपर मतलब होंदा ज़्यादा, ठीक है. हाइपर असीं ज़्यादा यूज़ करते हैं. सो वो वाले सल्यूशन जिन्हों का ऑस्मोटिक प्रैशर ज़्यादा होंदा है दूसरे नाल, या जिन्हों की कंसनट्रेटेड सल्यूट ज़्यादा होंदे और हैज़ मोर कंसनट्रेटेड सल्यूट, और जिदा कंसनट्रेटेड सल्यूट की है ज़्यादा है उन्होंने कहने हाइपोटोनिक. हाइपोटोनिक जिहड़ा ऑस्मोटिक प्रैशर दूसरे नालों घट है और लैस कंसनट्रेटेड सल्यूट इज नोन एज हाइपोटोनिक सल्यूशन.